ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਗਰਿਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਅਸੀਂ ਆਪਣਾ ਰੋਜ਼ਾਨਾ ਦਾ ਸ਼ੋਅ ਲੈ ਕੇ ਜਿਸ ਦਾ ਨਾਮ ਹੈ ਅੰਦਰਲੀ ਕੁੰਡੀ ਤੇ ਇਸੇ ਦੇ ਨਾਲ ਹੀ ਇਸ ਸ਼ੋਅ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਦੇਸ਼ ਤੇ ਸੂਬੇ ਦੇ ਵੱਡੇ ਦੇ ਚਲੰਤ ਮੁੱਦਿਆਂ ਦੇ ਬਾਰੇ। ਇਸੇ ਦੇ ਨਾਲ ਹੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਮੇਰੇ ਸਹਿਯੋਗੀ ਕਮਲਜੀਤ ਸਿੰਘ ਬਨਵੈਤ। ਸਤਿ ਸ਼੍ਰੀ ਅਕਾਲ ਬਨਵੈਤ ਜੀ। ਗਰਮਾ ਜੀ ਸਤਿ ਸ਼੍ਰੀ ਅਕਾਲ। ਪਿਆਰੇ ਦਰਸ਼ਕੋ ਤੁਹਾਨੂੰ ਜੀ ਆਇਆਂ, ਤੁਹਾਡਾ ਦਿਲੋਂ ਸਵਾਗਤ। ਹੋਰ ਬਨਵੈਤ ਜੀ ਕੀ ਹਾਲ ਚਾਲ? ਮਿਹਰਬਾਨੀ ਜੀ, ਬਹੁਤ ਵਧੀਆ ਜੀ। ਗਰਮੀ ਬਨਵੈਤ ਜੀ ਅੱਜਕੱਲ ਚਰਚਾਵਾਂ ਤਾਂ ਇਹ ਹੋ ਰਹੀਆਂ ਹੈ ਕਿ ਜਥੇਦਾਰ ਹੈ ਜੋ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਕਿਹਾ ਜਾ ਰਿਹਾ ਹੈ ਕਿ ਉਹ ਅਸਤੀਫਾ ਦੇਣਗੇ। ਕੀ ਹੈ ਅੰਦਰਲਾ ਮਸਲਾ? ਗਰਮਾ ਜੀ, ਕੱਲ ਨੂੰ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਹੁੰਦੀ ਆ। ਤੁਸੀਂ ਬਾਹਰ ਖਬਰਾਂ ਕਰਨ ਵੇਲੇ ਪੁੱਛਿਆ ਸੀ ਅੰਤਰਿੰਗ ਕਮੇਟੀ। ਅੰਤਰਿੰਗ ਕਮੇਟੀ ਦਾ ਮਤਲਬ ਹੈ ਇੱਕ ਐਗਜ਼ੀਕਿਊਟਿਵ, ਇਹਨੂੰ ਕਾਰਜਕਾਰਨੀ ਕਮੇਟੀ ਕਹਿੰਦੇ ਆ, ਉਹਦਾ ਨਾਮ ਦਿੱਤਾ ਇਹਨਾਂ ਨੇ ਅੰਤਰਿੰਗ ਕਮੇਟੀ। ਸੋ ਕੱਲ ਨੂੰ ਅੰਤਰਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਵੈਸੇ ਜੋ ਸ਼੍ਰੋਮਣੀ ਕਮੇਟੀ ਇਹ ਕਲੇਮ ਕਰਦੀ ਆ ਕਿ ਰੂਟੀਨ ਦੀ ਮੀਟਿੰਗ ਆ, ਪਰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਰਾਘਵ ਚੱਡਾ ਦੀ ਮੰਗਣੀ ਤੇ ਗਏ ਸੀਗੇ, ਉਸ ਤੋਂ ਲੈ ਕੇ ਉਹ ਚਰਚਾ ਵਿੱਚ ਆ ਤੇ ਕਿਹਾ ਜਾਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਨਾਂ ਨਾਲ ਨਾਰਾਜ਼ ਚੱਲਿਆ ਆ ਰਿਹਾ। ਇਸ ਕਰਕੇ ਨਾਰਾਜ਼ਗੀ ਦੀ ਵਜ੍ਹਾ ਬਹੁਤੀ ਤੇ ਦੱਸੀ ਜਾਂਦੀ ਹੈ ਕਿ ਜਿਵੇਂ ਬਿਰਸਾ ਸਿੰਘ ਬਲਟੋਹਾ ਨੇ ਕਿਹਾ ਸੀ ਕਿ ਰੱਬ ਹੀ ਰਾਖਾ। ਕਿਹਾ ਜਾਂਦਾ ਕਿ ਜਥੇਦਾਰ ਸਾਹਿਬ ਉੱਥੇ ਜੇ ਗਏ ਆ ਜਥੇਦਾਰ ਹੋਣ ਦੀ ਹੈਸੀਅਤ ਵਿੱਚ, ਤਾਂ ਉੱਥੇ ਉਹਨਾਂ ਦਾ ਜਿਹੜਾ ਮਾਣ ਸਤਿਕਾਰ ਆ ਉਹ ਨਹੀਂ ਮਿਲਿਆ ਹੈਗਾ। ਪਰ ਮੈਨੂੰ ਇੰਝ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਦਾ ਅਸਤੀਫਾ ਲੈਣ ਵੇਲੇ ਇੱਕ ਵਾਰ ਨਹੀਂ 100 ਵਾਰ ਸੋਚੂਗੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਆ ਤੇ ਜਥੇ ਨਿਯੁਕਤੀ ਜਿਹੜੀ ਨਿਯੁਕਤੀ ਜਾਂ ਹਟਾਉਣੀ ਹੁੰਦਾ ਉਹ ਹੁਣ ਹਟਾਉਣਾ ਹੁੰਦਾ ਸ਼੍ਰੋਮਣੀ ਕਮੇਟੀ ਨੇ। ਕੀ ਸੁਖਬੀਰ ਸਿੰਘ ਬਾਦਲ ਜੇ ਹਟਾ ਦਿੰਦੇ ਆ, ਕਿਉਂਕਿ ਚਾਹੇ ਹਟਾਉਣਾ ਸ਼੍ਰੋਮਣੀ ਕਮੇਟੀ ਨੇ ਆ, ਇਨਡਾਇਰੈਕਟਲੀ ਤਾਂ ਉਹਨਾਂ ਦੀ ਜਿਹੜੀ ਆ ਉਹ ਜਿਹੜੀ ਸੂਈ ਤੋਂ ਹੀ ਘੁਮਾਉਂਦੇ ਆ ਨਾ ਜੀ, ਰਿਮੋਟ ਤਾਂ ਉਹਨਾਂ ਕੋਲੇ ਆ। ਸੋ ਇਹ ਦੇਖਣਾ ਪਊਗਾ ਕਿ ਅਕਾਲੀ ਦਲ ਨੂੰ ਇਹ 12 ਖਾ ਜਾਊਗਾ। ਅਕਾਲੀ ਦਲ ਜਿਹੜਾ ਪਹਿਲਾਂ ਹੀ ਸੱਤਾ ਤੋਂ ਬਾਹਰ ਆ, 3 ਸੀਟਾਂ ਤੇ ਆ ਗਿਆ, ਜਿਹੜੀਆਂ ਲੋਕ ਸਭਾ ਜ਼ਿਮਨੀ ਚੋਣਾਂ ਉਹਨਾਂ 'ਚ ਬੁਰੇ ਹਾਲ ਹੋ ਗਏ। ਫਿਰ ਕੀ ਜੇ ਜਥੇ ਦਾ ਅਸਤੀਫਾ ਲੈ ਲੈਂਦੇ ਆ ਤਾਂ ਕੀ 12 ਖਾਊਗਾ? ਫਿਰ ਇੱਕ ਉਸ ਹਾਲਤ ਵਿੱਚ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਕਿ ਅਖਬਾਰਾਂ 'ਚ ਬਿਆਨ ਲੱਗਣ ਲੱਗ ਪਏ ਕਿ ਇੱਕ ਦਲਿਤ ਜਿਹੜਾ ਜਥੇਦਾਰ ਆ ਉਹ ਤੋਂ ਅਸਤੀਫਾ ਮੰਗਿਆ ਜਾ ਰਿਹਾ। ਸੋ ਇਹ ਸੁਖਬੀਰ ਲਈ ਕਿਤੇ ਨਾ ਕਿਤੇ ਜਾਂ ਸ਼੍ਰੋਮਣੀ ਅਕਾਲੀ ਦਲ ਲਈ, ਸ਼੍ਰੋਮਣੀ ਕਮੇਟੀ ਲਈ ਇੱਕ ਨਵਾਂ ਸੰਕਟ ਖੜਾ ਹੋ ਜਾਊਗਾ ਕਿ ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਜਦੋਂ ਘੜੀ ਆਈ ਹੈ ਸੰਕਟ ਦੀ, ਤਾਂ ਉਸ ਵੇਲੇ ਐਜ ਏ ਦਲਿਤ ਵਾਰਨ ਲੱਗੇ ਹੋ। ਚਲੋ ਇਹ ਸਿਆਸਤ ਆ, ਪਰ ਇੱਕ ਗੱਲ ਜਿਹੜੀ ਵੱਡੀ ਕਰਨ ਵਾਲੀ ਇਹ ਆ ਕਿ ਸਾਡੇ ਸੂਤਰੇ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ ਆ, ਉਹ ਅੰਦਰੋਂ ਅੰਦਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅਸਹਿਮਤ ਹੁੰਦੇ ਨਜ਼ਰ ਚੱਲ ਰਹੇ ਆ। ਮਤਲਬ ਕਿ ਜਥੇਦਾਰ ਨਾਲ ਉਹਨਾਂ ਦੀ ਆਪਾਂ ਥੋੜ੍ਹੇ ਸਖਤ ਸ਼ਬਦਾਂ ਕਹਿ ਦਈਏ ਤਾਂ ਨਾਰਾਜ਼ਗੀ ਚੱਲੀ ਆ ਰਹੀ ਆ। ਤੁਹਾਡੇ ਧਿਆਨ 'ਚ ਹੋਣਾ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਭੋਗ ਸੀਗਾ, ਤਦ ਉਹਨਾਂ ਨੇ ਮੰਗੀ ਸੀ ਪੰਥ ਕੋਲ ਮਾਫੀ ਕਿ ਜਿਹੜੀਆਂ ਜਾਣੇ ਅਣਜਾਣੇ ਭੁੱਲਾਂ ਹੋਈਆਂ ਉਹ ਸਾਨੂੰ ਮਾਫ ਕਰਦਾ ਹੈ। ਤੇ ਸਾਡੇ ਜਿਹੜੇ ਸੋਰਸ ਆ ਖਾਸ, ਜਿਹੜੇ ਸਾਡੇ ਖਾਸ ਸੂਤਰ ਆ, ਉਹ ਇਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਬਾਅਦ ਵਿੱਚ ਪੁੱਛ ਲਿਆ ਸੀਗਾ ਕਿ ਭਾਈ ਤੁਸੀਂ ਕਿਹਨਾਂ ਗੱਲਾਂ ਦੀ ਮਾਫੀ ਚਾਹੁੰਦੇ ਹੋ। ਤੇ ਸਾਨੂੰ ਇਸ ਗੱਲ ਦਾ ਵੀ ਨੌਲੇਜ ਹੈ, ਚਾਹੇ ਇਹਦਾ ਕੋਈ ਸਬੂਤ ਪ੍ਰੂਫ ਨਹੀਂ ਹੈਗਾ, ਕਿ ਪਿਛਲੇ ਸਮੇਂ ਵਿੱਚ ਇੱਕ ਮੰਗ ਉੱਠੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਜੇ ਉਹਨੇ ਮੁੜ ਕੇ ਹਾਸ਼ੀ ਦੇ ਅੰਦਰ ਆਉਣਾ ਤਾਂ ਉਹ ਅਕਾਲ ਤਖਤ ਤੇ ਜਾ ਕੇ ਮੁਆਫੀ ਮੰਗ ਲਵੇ। ਪਤਾ ਇਹ ਲੱਗਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀਗੇ ਤਾਂ ਇੱਕ 3 ਮੈਂਬਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ, ਜਿਹੜੇ ਉਹਨਾਂ ਦੇ ਖਾਸ ਬੰਦੇ ਆ, ਉਹ 3 ਬੰਦੇ ਜਥੇਦਾਰ ਨੂੰ ਭੇਜੇ ਸੀਗੇ। ਤੇ ਜਥੇਦਾਰ ਨੂੰ ਇਹ ਕਿਹਾ ਸੀਗਾ ਕਿ ਕਿਸੇ ਤਰ੍ਹਾਂ ਉਹ ਜਿਹੜਾ ਕੱਲ ਸੰਕਟ ਆ ਉਹ ਨਿਵਾਰ ਦੇਣ, ਭਾਵ ਜਿਹੜੀ ਮਾਫੀ ਆ ਉਹ ਸੰਗਤ ਉਹਨਾਂ ਨੂੰ ਐਸੇ ਹੀ ਦੇ ਦੇ। ਪਰ ਕਹਿੰਦੇ ਜਥੇਦਾਰ ਨੂੰ ਪੁੱਛਿਆ ਸੀਗਾ ਵੀ ਮੈਨੂੰ ਇਹ ਦੱਸੋ ਵੀ ਕਿਹੜੀ ਗੱਲ ਦੀ ਮੁਆਫੀ ਆ, ਕਿਉਂਕਿ ਜੇ ਮਾਫੀ ਦੀ ਗੱਲ ਕਰਨ ਲੱਗ ਜਾਈਏ ਕਿਹੜੀ ਗੱਲ ਦੀ ਮੁਆਫੀ, ਤਾਂ ਸਭ ਤੋਂ ਵੱਡੀਆਂ ਗੱਲਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਜਾਣੀ ਆ, ਬਾਈਬਲ ਕਲਾਂ ਗੋਲੀ ਕਾਂਡ ਆ ਜਾਣਾ। ਫਿਰ ਤੁਸੀਂ ਜਿਹੜਾ ਡੇਰਾ ਸੱਚਾ ਸੌਦਾ ਆ ਉਹਨੂੰ ਪਹਿਲਾਂ ਮੁਆਫੀ ਦਿੱਤੀ, ਪਹਿਲਾਂ ਉਹਨੂੰ ਦੋਸ਼ੀ ਬਣਾਇਆ, ਫਿਰ ਮੁਆਫੀ ਦਿੱਤੀ, ਇਹ ਸਾਰਾ ਕੁਝ ਜਿਹੜਾ ਆ ਇਹ ਸਾਹਮਣੇ ਆ ਜਾਣਾ ਸੀਗਾ। ਸੋ ਅਕਾਲੀ ਦਲ ਇਹ ਚਾਹੁੰਦਾ ਕਿ ਦੱਬੀ ਜਵਾਨ ਨਾਲ ਜਥੇਦਾਰ ਜਿਹੜੇ ਆ ਉਹ ਪੰਥ ਕੋਲੋਂ ਮੁਆਫੀ ਜਿਹੜਾ ਦਵਾ ਦੇਣ, ਪਰ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਕਿ ਕੋਈ ਵੀ ਗੱਲ ਜਿਹੜੀ ਆ ਉਹ ਉੱਭਰੇ ਨਾ। ਪਰ ਜਥੇਦਾਰ ਨੂੰ ਪੁੱਛਦੇ ਆ ਕਿ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਸਾਰਾ ਕੁਝ ਆ ਇਹ ਕਿਉਂ ਹੋਇਆ, ਜਾਂ ਆਪਾਂ ਕਿਹੜੀਆਂ ਗੱਲਾਂ ਦੀ ਜਿਹੜੀ ਆਪਾਂ ਤੁਹਾਨੂੰ ਜਿਹੜੀ ਮੁਆਫੀ ਆ ਪੰਥ ਜਿਹੜਾ ਆ ਉਹ ਦੇ ਦੇਵੇ। ਸੋ ਇਸ ਗੱਲ ਨੂੰ ਪੈ ਕੇ ਜਿਹੜਾ ਕਈ ਤਰ੍ਹਾਂ ਦਾ ਰੇੜਕਾ ਜਿਹੜਾ ਆ ਉਹ ਚੱਲਿਆ ਆ ਰਿਹਾ। ਇੱਕ ਗੱਲ। ਦੂਜੀ ਗੱਲ ਇਹ
ਕਿ ਜਿਹੜਾ ਜਥੇਦਾਰ ਹੁਣੀ ਗਏ ਆ ਪ੍ਰਨੀਤੀ ਚੋਪੜਾ ਜਰਾ ਚੱਡਾ ਦੀ ਮੰਗਣੀ ਉੱਤੇ, ਉੱਥੇ ਇਹ ਗੱਲ ਮੰਨਣੀ ਪਊਗੀ ਸਾਨੂੰ ਕਿ ਉਹਨਾਂ ਨੂੰ ਉਹ ਸਤਿਕਾਰ ਨਹੀਂ ਮਿਲਿਆ ਜਿਹੜਾ ਉਹਨਾਂ ਦਾ ਰੁਤਬਾ ਸੀਗਾ, ਜਿਹੜਾ ਉਹਨਾਂ ਦਾ ਅਹੁਦਾ ਸੀਗਾ, ਜਿਹੜਾ ਉਹ ਡਿਜ਼ਰਵ ਕਰਦਾ ਸੀਗੇ। ਮਨਵੈਜ ਜੀ ਕਾਫੀ ਜ਼ਿਆਦਾ ਚਰਚਾਵਾਂ ਵੀ ਰਹੀਆਂ ਨੇ ਕਿ ਜਦੋਂ ਇੰਗੇਜਮੈਂਟ ਹੁੰਦੀ ਹੈ ਕਾਫੀ ਸਾਰੇ ਵੀਡੀਓਜ਼ ਤੇ ਹੈ ਨਾ ਵਾਇਰਲ ਵੀ ਹੁੰਦੀਆਂ ਨੇ, ਉਸ ਤੋਂ ਬਾਅਦ ਤੁਸੀਂ ਜਿਵੇਂ ਕਿਹਾ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਾਨ ਸਨਮਾਨ ਹੈ ਉਹ ਮਿਲਦਾ ਨਹੀਂ ਬਣਿਆ। ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਇਹ ਵੀਡੀਓਜ਼ ਵਾਇਰਲ ਵੀ ਹੋਈਆਂ ਨੇ ਜੀ। ਪਰ ਮੈਂ ਇੱਕ ਜਿਹੜੀ ਅੰਦਰਲੀ ਗੱਲ ਇੱਕ ਹੋਰ ਕਰਨੀ ਚਾਹੁੰਦਾ ਇਹ ਕਿ ਮੰਨ ਲਈਏ ਉਹ ਪਰਿਵਾਰ ਜਿਹੜਾ ਹਿੰਦੂ ਪਰਿਵਾਰ ਸੀਗਾ, ਵੈਸੇ ਤਾਂ ਜੇ ਉਹਨਾਂ ਨੇ ਜੇ ਬੁਲਾਇਆ ਸੀਗਾ ਤਾਂ ਇਸ ਲਈ ਬੁਲਾਇਆ ਸੀ ਕਿ ਉਹ ਇੱਕ ਸਿੱਖ ਕੌਮ ਦੇ ਜਿਹੜੇ ਹੈੱਡ ਆ, ਮੁਖੀ ਆ, ਜਿਹੜਾ ਅਕਾਲ ਤਖਤ ਆ ਉਹ ਸਰਵਉੱਚ ਆ। ਮੰਨ ਲਈਏ ਇਹ ਕਿ ਉਹਨਾਂ ਨੂੰ ਇਸ ਗੱਲ ਦਾ ਨੌਲੇਜ ਨਹੀਂ ਸੀਗਾ ਜਾਂ ਉਹਨਾਂ ਨੂੰ ਜਿਹੜਾ ਇਹ ਨਹੀਂ ਪਤਾ ਕਿ ਸਤਿਕਾਰ ਕਿਸ ਦਾ ਦੇਣਾ, ਤਾਂ ਭਗਵੰਤ ਸਿੰਘ ਮਾਨ ਤਾਂ ਉੱਥੇ ਹੀ ਸੀਗੇ ਨਾ। ਜੇ ਭਗਵੰਤ ਸਿੰਘ ਮਾਨ ਚਾਹੁੰਦੇ ਐਜ ਏ ਸਿੱਖ ਤਾਂ ਜੇ ਉਹ ਹੀ ਬਾਹਰ ਰਿਸੀਵ ਕਰਨ ਆ ਜਾਂਦੇ ਤਾਂ ਸਾਰੀ ਦੀ ਸਾਰੀ ਗੱਲ ਜਿਹੜੀ ਆ ਮੁੱਕ ਜਾਣੀ ਸੀਗੀ। ਇੱਕ ਹੋਰ ਗੱਲ ਕਹਿੰਦੇ ਆ ਕਿ ਜਿਹੜਾ ਕਪੂਰਥਲਾ ਹਾਊਸ ਆ ਮੰਗਣੀ ਲਈ ਉਹ ਭਗਵੰਤ ਸਿੰਘ ਮਾਨ ਦੇ ਨਾਂ ਤੇ ਬੁੱਕ ਹੋਇਆ ਸੀਗਾ। ਜੇ ਭਗਵੰਤ ਸਿੰਘ ਮਾਨ ਜਿਹੜੇ ਅਕਸਰ ਆਲੋਚਨਾ ਕਰਦੇ ਰਹਿੰਦੇ ਆ ਜਥੇਦਾਰ ਅਕਾਲ ਤਖਤ ਦੀ, ਉਹ ਜੇ ਨਹੀਂ ਸੀ ਆਉਣਾ ਚਾਹੁੰਦੇ ਜਾਂ ਉਹ ਹੋ ਸਕਦਾ ਉਹਨਾਂ ਦੇ ਮਨ 'ਚ ਹੋਵੇ ਕਿ ਮੈਂ ਤਾਂ ਪੰਜਾਬ ਦਾ ਮੁੱਖ ਮੰਤਰੀ ਆ, ਮੈਂ ਇੱਕ ਕੌਮ ਦੇ ਜਿਹੜਾ ਹੈਗਾ ਮੁਖੀ ਆ ਉਹਨੂੰ ਰਿਸੀਵ ਕਿਉਂ ਕਰਾਂ, ਸ਼ਾਇਦ ਆਪਣਾ ਘਟਾ ਸਮਝਦੇ ਹੁੰਦੇ, ਤਾਂ ਉਹ ਇਹ ਕਰ ਸਕਦਾ ਸੀ ਕਿ ਉੱਥੇ ਘੱਟੋ ਘੱਟ ਜਿਹੜੇ ਰਾਜ ਸਭਾ ਦੇ ਮੈਂਬਰ ਸੀਗੇ ਜਿਨ੍ਹਾਂ ਵਿੱਚ ਸਿੱਖ ਸੀਗੇ ਉਹਨਾਂ ਨੂੰ ਭੇਜ ਦਿੰਦੇ ਕਿ ਜਥੇਦਾਰ ਦਾ ਜਿਹੜਾ ਆ ਉਹ ਸਵਾਗਤ ਹੋ ਜਾਏ। ਫਿਰ ਜਿਹੜੀਆਂ ਕੁਝ ਫੋਟੋਆਂ ਆਈਆਂ ਕਿ ਉਹ ਹੱਥ ਜੋੜ ਕੇ ਮਿਲਦੇ ਆ ਜੋੜੇ ਨਵੇਂ ਜੋੜੇ ਨੂੰ, ਤੇ ਬਾਅਦ 'ਚ ਇੱਕ ਤਿੰਨਾਂ ਜਣੀ ਸਾਂਝੀ ਤਸਵੀਰ ਵੀ ਆਉਂਦੀ ਆ। ਇਸ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੀ ਆ ਇੱਕ ਨਾਰਾਜ਼ਗੀ ਵੀ ਤਾਂ ਲੋਕਾਂ 'ਚ ਚੱਲੀ ਆ ਰਹੀ ਆ, ਇੱਕ ਚਰਚਾ ਵੀ ਚੱਲੀ ਹੋਈ ਆ। ਪਰ ਮੈਨੂੰ ਨਹੀਂ ਲੱਗਦਾ ਕਿ ਜਥੇਦਾਰ ਅਕਾਲ ਤਖਤ ਜਿਹੜੇ ਆ ਉਹ ਵੈਸੇ ਤਾਂ ਬੜੇ ਸਟਰੋਂਗ ਆ। ਤੁਹਾਡੇ ਧਿਆਨ 'ਚ ਹੋਣਾ ਉਹ ਸ਼੍ਰੋਮਣੀ ਅਕਾਲੀ ਦਲ ਹੀ ਡਟ ਕੇ ਖੜਦੇ ਵੀ ਰਹੇ ਆ। ਇੱਥੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਆ ਕਿ ਜਦੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀਗੀ, ਇਸ ਜਿਹੜੀ ਸੁਪਰੀਮ ਕੋਰਟ ਆ ਉਹਨੇ ਆਪਣਾ ਦਿੱਤਾ ਸੀ ਜੱਜਮੈਂਟ, ਉਹਦੇ ਉੱਤੇ ਟਿੱਪਣੀ ਕਰਦਿਆਂ ਜਥੇਦਾਰ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਪਾਰਲੀਮੈਂਟ ਬਚਾਉਣ ਲਈ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਤੋੜ ਰਹੇ ਹੋ ਤਾਂ ਤੁਹਾਡਾ ਬਚਣਾ ਤੁਹਾਡਾ ਵੀ ਹੈ ਨਹੀਂਗਾ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਤੁਸੀਂ ਮੁਲਕ ਨੂੰ ਅਖੰਡ ਰੱਖਣ ਲਈ ਜਾਂ ਮੁਲਕ ਨੂੰ ਜਿਹੜਾ ਆਪਣੀ ਪਾਰਲੀਮੈਂਟ ਨੂੰ ਨਾ ਟੁੱਟਣ ਦੇਣ ਲਈ ਤੁਸੀਂ ਦੂਜਿਆਂ ਦੀ ਜਿਹੜੀ ਬਲੀ ਲੈ ਰਹੇ ਹੋ। ਔਰ ਉਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਤੁਹਾਨੂੰ ਸਿੱਖਾਂ ਦੀ ਜਿਹੜੀ ਹਾਂ ਆ ਉਹਨੇ ਮਾਰ ਲੈਣਾ। ਸੋ ਜਥੇਦਾਰ ਕਿਤੇ ਨਾ ਕਿਤੇ ਆਪਾਂ ਇਹਦੇ ਅੱਗੇ ਹੋਰ ਚੱਲ ਜਾਈਏ ਤਾਂ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਪੈਰਵੀ ਵੀ ਕਰਦੇ ਰਹੇ ਆ, ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਜਿਹੜੇ ਆ ਪ੍ਰੋਟੈਕਸ਼ਨ ਦਿੰਦੇ ਰਹੇ ਆ। ਮੈਨੂੰ ਜੀ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹੋਣੀ ਜਾਂ ਸ਼੍ਰੋਮਣੀ ਅਕਾਲੀ ਦਲ ਉਹ ਸਾਰਾ ਕੁਝ ਭੁੱਲ ਗਿਆ ਜਦੋਂ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਛਤਰੀ ਤਾਣ ਕੇ ਖੜਦੇ ਰਹੇ ਆ, ਆਪਣੀ ਹਿੱਕ ਡਾ ਕੇ ਖੜਦੇ ਰਹੇ ਆ। ਪਰ ਇੱਕ ਗੱਲ ਹੋਰ ਜਿਹੜੀ ਵੱਡੀ ਇਹ ਆ ਕਿ ਹੋ ਸਕਦਾ ਜਥੇਦਾਰ ਹੋਣੀ ਆਪ ਹੀ ਅਸਤੀਫਾ ਦੇ ਦੇਣ ਜੇ ਉਹਨਾਂ ਨੂੰ ਇਹ ਪਤਾ ਹੀ ਲੱਗਾ ਕਿ ਕੱਲ ਤੇ ਪਰਸੋਂ ਜਿਹੜੇ ਅਕਾਲੀ ਦਲ ਦੇ ਕੁਝ ਨੁਮਾਇੰਦੇ ਆ ਉਹਨਾਂ ਨਾਲ ਮੀਟਿੰਗ ਕਰਕੇ ਆਏ ਆ, ਤੇ ਹੋ ਸਕਦਾ ਜਥੇਦਾਰ ਨੂੰ ਮਨਾ ਲਿਆ ਜਾਵੇ ਕਿ ਉਹ ਅਕਾਲ ਤਖਤ ਦੇ ਜਿਹੜੀ ਕਾਰਜਕਾਰੀ ਜਥੇ ਤੌਰ ਤੇ ਆ ਉਹ ਅਸਤੀਫਾ ਦੇ ਦੇਣ, ਪਰ ਉਹ ਤਲਵੰਡੀ ਸਾਬੋ ਦੇ ਜਥੇਦਾਰ ਜਿਹੜੇ ਆ ਉਹ ਬਣੇ ਰਹਿਣ। ਥੋੜਾ ਜਿਹਾ ਮੈਂ ਤੁਹਾਨੂੰ ਸਪਸ਼ਟ ਕਰਦਾ ਇਹ ਕਿ ਅਪ੍ਰੈਲ 2017 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ ਸੀਗਾ। ਅਕਤੂਬਰ 2018 ਨੂੰ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾ ਦਿੱਤਾ ਗਿਆ। ਸੋ ਇਹ ਹੋ ਸਕਦਾ ਕਿ ਜਥੇਦਾਰ ਸਾਹਿਬ ਇਹ ਕਹਿ ਦੇਣ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਆ ਉਹ ਮੇਰੇ ਕੋਲ ਨਿਭਾਉਣ ਲਈ ਸਮਾਂ ਹੈ ਨਹੀਂ, ਮੈਂ ਪੜ੍ਹਨਾ ਲਿਖਣਾ ਹੁੰਦਾ ਆ, ਤੇ ਇਸ ਕਰਕੇ ਮੈਂ ਜਿਹੜਾ ਤਲਵੰਡੀ ਸਾਬੋ ਦੀ ਜਿਹੜੀ ਜਥੇਦਾਰੀ ਆ ਉਹ ਆਪਣੇ ਕੋਲ ਰੱਖਦਾ, ਇੱਥੇ ਤੁਸੀਂ ਕਿਸੇ ਹੋਰ ਸੱਜਣ ਨੂੰ ਲਾ ਦਿਓ। ਪਰ ਸਾਡੇ ਸੂਤਰੇ ਕਹਿੰਦੇ ਆ ਕਿ ਗਿਆਨੀ ਰਘਵੀਰ ਸਿੰਘ ਜਿਹੜੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਆ ਉਹ ਇਸ ਦੌੜ ਵਿੱਚ ਕਾਫੀ ਅੱਗੇ ਆ। ਇਹ ਵੀ ਕਿਹਾ ਜਾਂਦਾ ਕਿ ਇੱਕ ਗਿਆਨੀ ਮਲ ਸਿੰਘ ਜਿਹੜੇ ਹੈੱਡ ਗ੍ਰੰਥੀ ਰਹੇ ਆ ਉਹਨਾਂ ਦਾ ਬੇਟਾ ਅਮਰਜੀਤ ਸਿੰਘ ਆ ਉਹ ਵੀ ਕਾਫੀ ਇਸ ਦੌੜ ਵਿੱਚ ਹੈਗਾ। ਪਰ ਕੁੱਲ ਮਿਲਾ ਕੇ ਜਿਹੜੀ ਮੈਂ ਅੰਦਰਲੀ ਗੱਲ ਫਿਰ ਤੁਹਾਡੇ ਨਾਲ ਸਾਂਝੀ ਕਰਨਾ ਇਹ ਕਿ ਚਾਹੇ ਚਰਚਾ ਆ ਕਿ ਉਹਨਾਂ ਨੂੰ ਹਟਾਇਆ ਜਾ ਰਿਹਾ, ਚਾਹੇ ਇਹ ਕਿਹਾ ਜਾਂਦਾ ਕਿ ਉਹ ਅਸਤੀਫਾ ਦੇ ਦੇਣਗੇ, ਪਰ ਮੈਨੂੰ ਲੱਗਦਾ ਇਹ ਐਡਾ ਸੌਖਾ ਨਹੀਂ ਹੈਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ 12 ਖਾਊ ਕਿ ਨਹੀਂ ਖਾਊ। ਦੇਖੋ ਫਿਰ ਮੈਂ ਕਹਿਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਇਸ ਵੇਲੇ ਲੋਕਾਂ ਦੇ ਦਿਲਾਂ ਤੋਂ ਦੂਰ ਆ। ਜੇ ਇਸ ਗੱਲ ਜਿਹੜਾ ਇੱਕ ਫੈਸਲਾ ਆ ਕਿ ਜਥੇਦਾਰ ਨੂੰ ਹਟਾ ਦਿੱਤਾ ਜਾਵੇ, ਫਿਰ ਘੱਟੋ ਘੱਟ ਇੱਕ ਸਿਆਸਤ ਤਹਿਤ ਗਿਣੀ ਮਿੱਥੀ ਸਿਆਸਤ ਤਹਿਤ ਇਹ ਭਾਰਿਆ ਜਾ ਰਿਹਾ ਕਿ ਦਲਿਤ ਜਥੇਦਾਰ ਆ। ਸੋ ਇਸ ਜੇ ਸੰਕਟ ਵਿੱਚ ਜਿਹੜਾ ਅਕਾਲੀ ਦਲ ਆ ਉਹ ਇਸ ਘੁੰਮਣ ਘੇਰੀ ਤਾਂ ਫਸਿਆ ਹੋਇਆ ਕਿ ਜੇ ਹਟਾਉਂਦੇ ਆ ਤਦ ਇਹਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਹੋਵੇ। ਉਹ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਆ ਇਹ ਸੰਕਟ ਜਿਹੜਾ ਆ ਬਿਲਕੁਲ ਹੀ ਲੈ ਬੈਠੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਉਹਨਾਂ ਦਾ ਅਸਤੀਫਾ ਦੇਣਾ ਜਾਂ ਲੈਣਾ ਉਹ ਐਡਾ ਸੌਖਾ ਨਹੀਂ ਹੈਗਾ। ਪਰ
ਇੱਕ ਗੱਲ ਇਹ ਵੀ ਪੱਕੀ ਆ ਕਿ ਅਕਾਲੀ ਦਲ ਜਿਹੜਾ ਆਪਣੇ ਨਾਰਾਜ਼ਗੀ ਆ ਜਾਂ ਅਕਾਲੀ ਦਲ ਜੋ ਇਹ ਉਹਨਾਂ ਕੋਲੋਂ ਜੋ ਆਸ ਰੱਖਦਾ ਸੀ ਉਸ ਤਰੀਕੇ ਨਾਲ ਉਹ ਨਹੀਂ ਚੱਲੇ ਹੈਗੇ ਮੁਆਫੀ ਦੇ ਮਾਮਲੇ 'ਚ। ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜਿਹੜੀ ਅੰਦਰੋਂ ਅੰਦਰੀ ਇਹਨਾਂ ਨਾਲ ਅਸਹਿਮਤੀ ਹੈ, ਪਰ ਇਸ ਅਸਹਿਮਤੀ ਦਾ ਰਸਤਾ ਕਿਵੇਂ ਨਿਕਲਦਾ ਇਹ ਨਹੀਂ ਪਤਾ। ਹੋ ਕੁਝ ਵੀ ਸਕਦਾ, ਹੋ ਸਕਦਾ ਜਥੇਦਾਰ ਸਾਹਿਬ ਤੋਂ ਅਸਤੀਫਾ ਲੈ ਲਿਆ ਜਾਵੇ, ਹੋ ਸਕਦਾ ਜਿਹੜਾ ਅਸਤੀਫਾ ਜਿਹੜਾ ਆ ਉਹ ਆਪ ਦੇ ਦੇਣ। ਪਰ ਇਹਦੇ ਵਿੱਚ ਫਿਰ ਮੈਂ ਦੁਹਰਾ ਦਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੇਖਣਾ ਪਊਗਾ, ਕਿਉਂਕਿ ਮੈਂ ਫਿਰ ਬਾਰ-ਬਾਰ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦਾ ਕਬਜ਼ਾ ਹੈ ਸ਼੍ਰੋਮਣੀ ਕਮੇਟੀ ਉੱਤੇ, ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਨਿਯੁਕਤ ਕਰਦੀ ਹੈ ਜਥੇਦਾਰ ਨੂੰ। ਪਰ ਇੱਕ ਜਿਹੜਾ ਹੋਰ ਸਾਡਾ ਜਿਹੜਾ ਸਕਾਈ ਨਿਊਜ਼ ਪੰਜਾਬ ਦਾ ਸੁਝਾਅ ਹੋ ਸਕਦਾ ਉਹ ਇਹ ਕਿ ਜੇ ਜਥੇਦਾਰ ਨੂੰ ਹਟਾਉਣ ਜਾਂ ਨਿਯੁਕਤੀ ਦਾ ਜਿਹੜਾ ਸਾਰਾ ਜ਼ਿੰਮੇਵਾਰੀ ਆ ਉਹ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਇੱਕ ਸਰਬੱਤ ਖਾਲਸਾ ਬੁਲਾ ਕੇ ਉੱਥੇ ਫੈਸਲੇ ਲੈ ਲਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਤੇ ਇੱਕ ਮੈਂ ਕਹਿੰਦਾ ਫਿਰ ਉਹ ਇੱਕ ਹੋ ਸਕਦਾ ਧੱਬਾ ਲੱਗ ਸਕਦਾ, ਉਹ ਤੋਂ ਬਚ ਸਕਦਾ। ਇੱਕ ਹੋਰ ਜਿਹੜਾ ਸੌਖਾ ਹੱਲ ਹੁੰਦਾ ਉਹ ਆ ਕਿ ਸਿੱਖ ਧਰਮ ਵਿੱਚ ਬੜੇ ਸਾਰੇ ਬੁੱਧੀਜੀਵੀ ਆ, ਬੜੇ ਸਾਰੇ ਜਿਹੇ ਲੇਖਕ ਪੱਤਰਕਾਰ ਆ ਜਿਹੜੇ ਸਿਆਸਤ ਨਾਲ ਵਾਹ ਵਾਸਤਾ ਰੱਖਦੇ ਆ। ਇਹ ਵੀ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ 15 ਬੰਦਿਆਂ ਦੀ ਜਾਂ 11 ਬੰਦਿਆਂ ਦੀ ਇੱਕ ਕਮੇਟੀ ਬਣਾ ਦੇਵੇ। ਉਹ ਕਮੇਟੀ ਜੋ ਫੈਸਲਾ ਲਵੇ ਉਹ ਫੈਸਲਾ ਜਿਹੜਾ ਕਮੇਟੀ ਦਾ ਉਹ ਲਾਗੂ ਹੋ ਜਾਏ। ਇਹਦੇ ਨਾਲ ਇੱਕ ਤਾਂ ਜਥੇਦਾਰ ਦਾ ਜਿਹੜਾ ਤੁਰੰਤ ਹੈਗਾ ਕਿ ਇਸ ਵੇਲੇ ਚਰਚਾ ਵਿੱਚ ਆ ਅਸਤੀਫਾ ਮੰਗਣਾ ਆ, ਉਹ ਸਾਰਾ ਕੁਝ ਜਿਹੜਾ ਆ ਉਹ ਵੀ ਜਿਹੜਾ ਆ ਉਹ ਟਲ ਜੂਗਾ। ਦੂਜਾ ਜਿਹੜੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੱਦਲ ਮੰਡਰਾਉਂਦੇ ਫਿਰਦੇ ਆ ਉਹ ਵੀ ਜਿਹੜੇ ਆ ਉਹ ਹਟ ਜਾਣਗੇ। ਪਰ ਮੈਨੂੰ ਜੇ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਆ ਜਿਹੜੇ ਉਹ ਹੈਗੀ ਜੋੜੀ ਨਵੀਂ ਪਰਨੀਤੀ ਤੇ ਰਾਘਵ ਚੱਡਾ ਦੀ ਉਹ ਜ਼ਰੂਰ ਸੋਚਦੇ ਹੋਣਗੇ ਕਿ ਉਹਨਾਂ ਦੇ ਜਿਹੜੇ ਦਿਨ ਆ ਉਹ ਤਾਂ ਸਗੇ ਸੈਲੀਬ੍ਰੇਟ ਕਰਨ ਦੇ, ਪਰ ਫਸ ਗਏ ਜਿਹੜੇ ਆ ਹੋਰ ਚੱਕਰਾਂ ਵਿੱਚ। ਜੀ ਮਤਲਬ ਕਿ ਬਲਵੈਦ ਜੀ ਗੱਲ ਤਾਂ ਇੱਥੇ ਮੁੱਕਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਜੋ ਅਸਤੀਫਾ ਲੈਣਾ ਹੈ ਜਾਂ ਫਿਰ ਉਹਨਾਂ ਵੱਲੋਂ ਦੇਣਾ ਹੈ ਉਹ ਕਾਫੀ ਜ਼ਿਆਦਾ ਇੰਨਾ ਸੌਖਾ ਵੀ ਨਹੀਂ ਹੈ। ਨਹੀਂ ਸੌਖਾ ਨਹੀਂ ਹੈ ਜੀ, ਸੌਖਾ ਨਹੀਂ ਹੈ, ਮਤਲਬ ਮੁਸ਼ਕਿਲ ਹੈ ਇਸ ਚੀਜ਼ ਦਾ। ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਲੋਕਾਂ ਦੇ ਦਿਲਾਂ ਤੋਂ ਪਹਿਲਾਂ ਹੀ ਦੂਰ ਆ। ਲੋਕ ਜਿਹੜੇ ਆ ਉਹ ਪਹਿਲੇ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ, ਤੇ ਜੇ ਹੁਣ ਇਸ ਜਿਹੜਾ ਫੈਸਲਾ ਹੋਇਆ ਸ਼੍ਰੋਮਣੀ ਕਮੇਟੀ ਦਾ ਉਹ ਪੁੱਠਾ ਪੈ ਗਿਆ ਤਾਂ ਅਕਾਲੀ ਦਲ ਜਿਹੜੀ 3 ਸੀਟਾਂ ਲੈ ਰਿਹਾ ਉਹ ਤੋਂ ਹੀ ਵਾਂਝਾ ਹੋ ਜਾਊਗਾ। ਬਲਵੈਦ ਜੀ ਜੇਕਰ ਅਸੀਂ ਹੈ ਨਾ ਇਸ ਮੁੱਦੇ ਤੋਂ ਬਾਅਦ ਹਟ ਕੇ ਦੂਸਰੇ ਮੁੱਦੇ ਤੇ ਚਰਚਾ ਕਰਦੇ ਹਾਂ ਕਿ ਜਿਵੇਂ ਤੁਹਾਨੂੰ ਪਤਾ ਹੈ ਹਾਲ ਹੀ ਦੇ ਵਿੱਚ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਜਿਸ ਦੇ ਵਿੱਚ ਆਪ ਦੀ ਕਾਫੀ ਵਧੀਆ ਜਿੱਤ ਵੀ ਹੋਈ ਹੈ। ਉਸ ਤੋਂ ਬਾਅਦ ਅਸੀਂ ਕੱਲ ਵੀ ਚਰਚਾ ਕੀਤੀ ਸੀ ਕਿ ਭਗਵੰਤ ਮਾਨ ਹੋਰਾਂ ਵੱਲੋਂ ਹੈ ਨਾ ਕਿ ਕਾਫੀ ਕੈਬਨਿਟ ਮੀਟਿੰਗ ਬਣਾਈ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਹੈ ਨਾ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ। ਤੁਸੀਂ ਉੱਥੇ ਕਿਹਾ ਸੀਗਾ ਕਿ ਭਗਵੰਤ ਮਾਨ ਨੂੰ ਸ਼ਾਇਦ ਦਿੱਲੀ ਤੋਂ ਥੋੜੀ ਛੁੱਟ ਹੈ ਨਾ ਮਿਲ ਗਈ ਹੈ ਕਿ ਵੀ ਅਸੀਂ ਖੁੱਲ ਕੇ ਉਹ ਫੈਸਲੇ ਲੈ ਪਾ ਰਹੇ। ਹੁਣ ਹੀ ਜਿਹੇ ਇੱਕ ਨਵਾਂ ਮੁੱਦਾ ਸਾਹਮਣੇ ਆਇਆ ਜਾਂ ਫਿਰ ਮਾਮਲਾ ਕਹਿ ਲਈਏ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਜੋ ਹੈ ਉਹਨਾਂ ਨਾਲ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਉਹ ਤਾੜਦੇ ਹੋਏ ਨਜ਼ਰ ਆਏ ਹੈ ਕਿ ਤੁਸੀਂ ਆਪਣੇ ਪੇਕਿਆਂ ਨੂੰ ਭੁੱਲ ਜਾਓ। ਮਤਲਬ ਕੀ ਹੈ ਇਹ ਪੂਰੀ ਗੱਲਬਾਤ, ਕੀ ਹੈ ਅੰਦਰਲੀ ਕੁੰਡੀ ਇਸ ਦੇ ਵਿੱਚ? ਦੇਖੋ ਭਗਵੰਤ ਮਾਨ ਹੁਣੀ ਆਪਣੀ ਕੁਲਫੀ ਆ ਨਾ ਗਰਮਾ ਗਰਮ ਉਹ ਵੇਚਣ ਵਿੱਚ ਮਾਹਰ ਆ। ਜਦੋਂ ਬੈਂਕਰ ਹੁੰਦੇ ਸੀਗੇ ਉਹ ਮਿੱਠੀਆਂ ਮਿਰਚਾਂ ਵੀ ਵੇਚਦੇ ਰਹੇ ਆ ਹਨਾ। ਹੁਣ ਵੀ ਜਿਹੜੀ ਆਹ ਹੈਗੀ ਆ ਉਹਨਾਂ ਨੇ ਮੀਟਿੰਗ ਸੱਦੀ ਸੀਗੀ ਇਹਦੇ ਵਿੱਚ ਉਹ ਮਿੱਠੀਆਂ ਮਿਰਚਾਂ ਵੀ ਵੇਚ ਗਏ ਤੇ ਕੁਲਫੀ ਜਿਹੜੀ ਗਰਮਾ ਗਰਮ ਆ ਉਹ ਵੀ ਰੈਡੀ ਕਰ ਲਈ। ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਬਦਾਂ ਦੇ ਜਾਲ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੈਗਾ ਕਿ ਕੁਲਫੀ ਗਰਮਾ ਗਰਮ ਵੇਚ ਬਿਲਕੁਲ ਵੇਚ ਗਏ ਜੀ। ਉਹ ਮਾਹਰ ਨੇ ਵੇਚਣ ਦੇ। ਉਹਨਾਂ ਨੇ ਮੀਟਿੰਗ ਵਿੱਚ ਅਫਸਰਾਂ ਨੂੰ ਇਹ ਕਿਹਾ ਕਿ ਹੁਣ ਤੁਸੀਂ ਆਪਣੇ ਪੇਕਿਆਂ ਦਾ ਮੋਹ ਛੱਡ ਦਿਓ। ਨਾਲੇ ਵੀ ਕਿਹਾ ਕਿ ਤੁਸੀਂ ਪੇਕਿਆਂ ਨੂੰ ਯਾਦ ਕਰਨਾ ਛੱਡ ਕੇ ਕੰਮ ਕਰਨਾ ਸ਼ੁਰੂ ਕਰ ਦਿਓ। ਇੱਕ ਤਾਂ ਇਹ ਕਿਹਾ। ਦੂਜਾ ਉਹਨਾਂ ਨੇ ਹੋਰ ਵੱਡੀ ਗੱਲ ਕਹੀ ਆ। ਉਹਨਾਂ ਨੇ ਕਿਹਾ ਕਿ ਇਹ ਤਾਂ ਹੋ ਸਕਦਾ ਕਿ ਡਾਇਨਾਸੌਰ ਮੁੜ ਕੇ ਆ ਜਾ ਧਰਤੀ ਉੱਤੇ, ਪਰ ਉਹ ਨਹੀਂ ਆਣਗੇ। ਉਹਨਾਂ ਨੇ ਇੱਕ ਤਾਂ ਪੇਕਿਆਂ ਦੇ ਮੋਹ ਵੇਲੇ ਪਤਾ ਲੱਗ ਗਿਆ ਕਿ ਉਹਨਾਂ ਨੂੰ ਕੀ ਗੱਲ ਕਹੀ ਆ, ਪਰ ਪਰਦਾ ਰੱਖ ਲਿਆ। ਦੂਜਾ ਜਿਹੜਾ ਡਾਇਨਾਸੌਰ ਆ ਜਾਵੇ ਉਹ ਨਹੀਂ ਆਣਗੇ, ਉਹ ਵੀ ਜਿਹੜਾ ਉਹਨਾਂ ਨੇ ਇੱਕ ਇਸ਼ਾਰਾ ਤਾਂ ਸਮਝ ਗਏ ਸਾਰੇ, ਪਰ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਹੈਗਾ। ਹੁਣ ਗੱਲ ਕਰ ਲਈ ਆਪਾਂ ਪਹਿਲਾਂ ਅਫਸਰਾਂ ਦੇ ਪੇਕਿਆਂ ਦੇ ਮੋਹ ਛੱਡਣ ਦੀ। ਇਹਦੇ ਮੈਂ 2 ਅਰਥ ਲੈਂਦਾ। ਅੰਦਰਲੇ ਅਰਥ ਜਿਹੜੇ 2 ਆ ਉਹਨਾਂ ਵਿੱਚ ਇੱਕ ਇਹ ਆ, ਇੱਕ ਤਾਂ ਇਹ ਕਿ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪਿਛਲੇ ਸਮੇਂ ਵਿੱਚ ਅਜਿਹੇ ਉੱਚ ਅਫਸਰ ਸੀ ਪੁਲਿਸ ਤੇ ਸਿਵਲ ਦੇ ਜਿਹੜੇ ਅਕਾਲੀਆਂ ਦੇ ਚਹੇਤੇ ਸੀਗੇ, ਕੁਝ ਕਾਂਗਰਸੀਆਂ ਦੇ ਚਹੇਤੇ ਸੀਗੇ, ਕਿਉਂਕਿ ਅਕਾਲੀ ਦਲ ਤੇ ਕਾਂਗਰਸ ਉੱਤਰ ਕਾਟੋ ਮੈਚਾਂ ਦੀ ਖੇਡ ਖੇਡਦੇ ਰਹੇ ਆ। ਸੋ ਹੁੰਦਾ ਇਹ ਰਿਹਾ ਕਿ ਜਦੋਂ ਤਾਂ ਕਾਂਗਰਸ ਆਉਂਦੀ ਸੀਗੀ ਤਾਂ ਆਪਣੇ ਜਿਹੜੇ ਚਹੇਤੇ ਅਫਸਰਾਂ ਨੂੰ ਚੰਗੀਆਂ ਪੋਸਟਾਂ ਦੇ ਦਿੰਦੇ ਸੀ, ਬਾਕੀਆਂ ਨੂੰ ਖੂੰਜੇ ਲਾ ਦਿੰਦੇ ਸੀਗੇ। ਅਕਾਲੀ ਦਲ ਹੁੰਦਾ ਸੀਗਾ
ਤਾਂ ਉਹ ਆਪਣੇ ਜਿਹੜੇ ਵਧੀਆ ਪੋਸਟਾਂ ਜਿਹੜੇ ਮਾਲਦਾਰ ਪੋਸਟਾਂ ਸੀ ਆਪਣੇ ਬੰਦਿਆਂ ਨੂੰ ਦੇ ਦਿੰਦੇ ਸੀਗੇ, ਬਾਕੀਆਂ ਨੂੰ ਜਿਹੜੇ ਆ ਉਹ ਪੋਸਟਾਂ ਦਿੰਦੇ ਸੀ ਜਿੱਥੇ ਕਰਨ ਕਰਾਉਣ ਨੂੰ ਕੁਝ ਨਹੀਂ ਸੀਗਾ। ਸੋ ਇਹ ਕੁਝ ਜਿਹੜਾ ਆ ਹੁੰਦਾ ਰਿਹਾ। ਹੁਣ 5 ਸਾਲ ਤਾਂ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਉਸ ਤੋਂ ਪਹਿਲਾਂ 10 ਸਾਲ ਰਹੀ ਅਕਾਲੀਆਂ ਦੀ ਸਰਕਾਰ। ਉਸ 10 ਸਾਲ ਦੌਰਾਨ ਬਹੁਤ ਸਾਰੇ ਜਿਹੜੇ ਅਫਸਰ ਆ, ਚਾਹੇ ਉਹ ਪੁਲਿਸ ਅਫਸਰ ਹੋਣ ਚਾਹੇ ਸਿਵਲ ਅਫਸਰ ਹੋਣ, ਉਹ ਸਾਰੇ ਜਿਹੜੇ ਆ ਉਹ ਅਕਾਲੀਆਂ ਦੇ ਬਹੁਤ ਸਾਰੇ ਨੇੜੇ ਰਹੇ ਆ। ਹੁਣ ਜਦੋਂ ਅਕਾਲੀਆਂ ਦਾ ਰਾਜ ਗਿਆ, ਅਮਰਿੰਦਰ ਸਿੰਘ ਆਏ, ਉਹਨਾਂ ਨੇ ਬਹੁਤਾ ਕੁਝ ਬਦਲਾਅ ਨਹੀਂ ਕੀਤਾ ਹੈਗਾ। ਉਹਨਾਂ ਨੇ ਵੀ ਜਿਹੜੇ ਡੀਜੀਪੀ ਚੱਲੇ ਆ ਰਹੇ ਸੀਗੇ ਉਹਨਾਂ ਕੋਲ ਵੀ ਕੰਟੀਨਿਊ ਕਰਾ ਲਿਆ ਸੀਗਾ। ਸੋ ਕਈ ਅਫਸਰ ਜਿਹੜੇ ਆ ਉਹ ਮਲਾਈ ਦਾ ਉਹਦਾਂ ਦੇ ਬੈਠੇ ਰਹੇ ਸੀਗੇ। ਹੁਣ ਭਗਵੰਤ ਸਿੰਘ ਮਾਨ ਦਾ ਮੈਨੂੰ ਜੋ ਲੱਗਦਾ ਇਸ਼ਾਰਾ ਇਹ ਸੀਗਾ ਕਿ ਭਾਈ ਤੁਸੀਂ ਆਪਣੇ ਪੇਕਿਆਂ ਨੂੰ ਭੁੱਲ ਜਾਓ, ਭਾਵ ਜਿਹੜੇ ਤੁਹਾਡਾ ਗੱਠਜੋੜ ਸੀਗਾ ਜਾਂ ਜਿਹੜੀ ਤੁਹਾਡੀ ਇੱਕ ਨੇੜਤਾ ਸੀਗੀ ਅਕਾਲੀ ਤੇ ਕਾਂਗਰਸੀਆਂ ਨਾਲ, ਉਹਨੂੰ ਭੁੱਲ ਜਾਓ ਤੇ ਹੁਣ ਤੁਸੀਂ ਕੰਮ ਕਰਨ ਲੱਗ ਜਾਓ। ਇੱਕ ਤਾਂ ਸਾਰੇ ਆਪਣੇ ਪੁਰਾਣੇ ਜਿਹੜੇ ਵੀ ਰਿਸ਼ਤੇ ਨਾਤੇ ਆ ਉਹ ਸਾਰੇ ਭੁੱਲ ਜਾਓ, ਹੁਣ ਤੁਸੀਂ ਸਿੱਧੇ ਹੋ ਕੇ ਕੰਮ ਕਰਨਾ ਸ਼ੁਰੂ। ਦੂਜੀ ਗੱਲ ਇਹ ਜੋ ਮੈਨੂੰ ਲੱਗਦਾ ਜਿਹੜੀ ਅੰਦਰਲੀ ਜਿਹੜੀ ਗੱਲ ਘੁੰਡੀ ਆ ਉਹ ਇਹ ਕਿ ਹੋ ਸਕਦਾ ਉਹਨਾਂ ਨੇ ਇਹ ਕਿਹਾ ਹੋਵੇ, ਪੇਕਿਆਂ ਦਾ ਮਤਲਬ ਇਹ ਹੈ ਕਿ ਜਿਹੜੀ ਪਹਿਲਾਂ ਰਿਸ਼ਵਤਖੋਰੀ ਸੀ, ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਅਗੇਂਸਟ ਮੁਹਿੰਮ ਚਲਾਈ ਹੋਈ ਆ ਕਿ ਤੁਸੀਂ ਭਾਈ ਜਿਹੜੀ ਪਹਿਲਾਂ ਭ੍ਰਿਸ਼ਟਾਚਾਰ ਕਰਦੇ ਸੀ, ਕੰਮ ਚੋਰ ਸੀਗੇ, ਉਹਨੂੰ ਭੁੱਲ ਜਾਓ, ਹੁਣ ਤੁਹਾਨੂੰ ਕੰਮ ਕਰਨਾ ਪੈਣਾ। ਸੋ ਇਹ ਜਿਹੜਾ ਉਹਨਾਂ ਦਾ ਜਿਹੜਾ ਇੱਕ ਸੀਗਾ ਨਾ ਸਟਾਈਲ, ਉਹ ਬੜਾ ਕਮਾਲ ਦਾ ਸੀਗਾ। ਤੇ ਇਹ ਜਿਹੜੇ ਹੁਣ ਕਿਉਂਕਿ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਭਗਵੰਤ ਸਿੰਘ ਮਾਨ ਜਲੰਧਰੀ ਚੋਣ ਜਿੱਤਣ ਤੋਂ ਬਾਅਦ ਕਾਫੀ ਮਜ਼ਬੂਤ ਹੋਇਆ ਸਿਆਸੀ ਤੌਰ ਤੇ, ਪਾਰਟੀ ਵੀ ਉਹਨਾਂ ਦਾ ਜਿਹੜਾ ਕੱਦ ਕੱਠ ਵਧਿਆ। ਸੋ ਉਸ ਤੋਂ ਮੈਨੂੰ ਇੰਝ ਲੱਗਦਾ ਕਿ ਉਹਨਾਂ ਨੇ ਇਸ ਕਰਕੇ ਅਫਸਰਾਂ ਨੂੰ ਜਿਹੜਾ ਆ ਉਹ ਤਾੜਿਆ, ਉਹ ਵਰਜਿਆ ਕਿ ਤੁਸੀਂ ਜਿਹੜਾ ਕੰਮ ਕਰਨ ਲੱਗ ਜਾਓ। ਇੱਕ ਇਹ ਤੁਸੀਂ ਹੁਣ ਸਿੱਧੇ ਰਾਹੀਂ ਪੈ ਜਾਓ ਵੀ ਪਿਛਲੀ ਸਰਕਾਰਾਂ ਜੋ ਹੈਗੀ ਜੋ ਵੀ ਤੁਸੀਂ ਕੀਤਾ ਹੈਗਾ, ਪਰ ਸਾਡੀ ਸਰਕਾਰ 'ਚ ਐਦਾਂ ਦਾ ਕੁਝ ਨਹੀਂ ਚੱਲੇਗਾ, ਸਿੱਧੇ ਪੱਧਰੇ ਹੋ ਕੇ ਕੰਮ ਕਰਨਾ। ਬਿਲਕੁਲ ਜੀ। ਅਗਲੀ ਗੱਲ ਇਹ ਹੁਣ ਜਿਹੜਾ ਦੂਜਾ ਉਹਨਾਂ ਨੇ ਕਿਹਾ ਕਿ ਡਾਇਨਾਸੌਰ ਤਾਂ ਮੋੜਾ ਧਰਤੀ ਤੇ ਆਜੂ, ਪਰ ਉਹ ਨਹੀਂ ਆਣਗੇ। ਉਹਨਾਂ ਨੇ ਅਫਸਰਾਂ ਨੂੰ ਇਹ ਵੀ ਸਪਸ਼ਟ ਕਰਤਾ ਕਿ ਜਿਹੜੇ ਤੁਹਾਡੇ ਮਾਈ ਬਾਪ ਸੀਗੇ ਕਾਂਗਰਸ ਜਾਂ ਅਕਾਲੀ, ਉਹ ਹੁਣ ਮੁੜ ਕੇ ਨਹੀਂ ਆਉਣ ਵਾਲੇ। ਭਗਵੰਤ ਸਿੰਘ ਮਾਨ ਨੇ ਤਾਂ ਹਮੇਸ਼ਾ ਹੀ ਕਹਿੰਦੇ ਆ ਰਹੇ, ਅਕਸਰ ਕਹਿੰਦੇ ਹੁੰਦੇ ਆ ਕਿ ਹੁਣ ਸੁਖਬੀਰ ਸਿੰਘ ਬਾਦਲ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਅਕਾਲੀਆਂ ਨੇ 25 ਸਾਲ ਰਾਜ ਕਰਨਾ, ਤੇ ਭਗਵੰਤ ਸਿੰਘ ਮਾਨ ਹੁਣੀ ਤਾਂ ਹੁਣ ਇਹੀ ਕਹਿ ਰਹੇ ਆ ਪੱਕਾ ਹੀ ਕਿ ਅਸੀਂ ਤਾਂ ਉਹਨਾਂ ਨੂੰ ਮੁੜ ਕੇ ਆਉਣਾ ਹੀ ਨਹੀਂ ਦੇਣਾ ਹੈਗਾ। ਸੋ ਉਹਨਾਂ ਦਾ ਜਿਹੜਾ ਸੀਗਾ ਉਹ ਅਕਾਲੀਆਂ ਤੇ ਕਾਂਗਰਸ ਵੱਲ ਜਿਹੜਾ ਇਸ਼ਾਰਾ ਸੀਗਾ ਕਿ ਭਾਈ ਤੁਸੀਂ ਜਿਹੜਾ ਉਹਨਾਂ ਨੂੰ ਭੁੱਲ ਜਾਓ ਤੇ ਤੁਹਾਨੂੰ ਜਿਹੜਾ ਜੀ ਇੱਥੇ ਜਿੱਥੇ ਮਤਲਬ ਅਸੀਂ ਗੱਲ ਕਰ ਰਹੇ ਕਿ ਉਹਨਾਂ ਨੇ ਪੇਕਿਆਂ ਨੂੰ ਨਾ ਹੈ ਨਾ, ਪੇਕਿਆਂ ਨੂੰ ਤੁਸੀਂ ਭੁੱਲ ਜਾਓ, ਇੱਥੇ ਤਾਂ ਇਦਾਂ ਵੀ ਲੱਗਦਾ ਕਿ ਉਹਨਾਂ ਨੇ ਅਕਾਲੀ ਤੇ ਕਾਂਗਰਸ ਨੂੰ ਸਿੱਧਾ ਸਿੱਧਾ ਇਹ ਵੀ ਕਹਿ ਦਿੱਤਾ ਕਿ ਹੁਣ ਸਾਡਾ ਹੀ ਰਾਜ ਹੈ, ਵੀ ਬਾਕੀ ਤੁਸੀਂ ਆਪਦੇ ਰਾਜ ਰਹੋ, ਭੁੱਲ ਜਾਓ ਜੀ। ਪਰ ਮੈਂ ਇੱਥੇ ਥੋੜੀ ਦੱਸਣਾ ਕਿ ਭਗਵੰਤ ਸਿੰਘ ਮਾਨ ਹੁਣੀ ਜਿਹੜੇ ਆ ਨਾ ਜੀ, ਅੱਜ ਮੈਂ ਪਹਿਲਾਂ ਕਿਹਾ ਕਿ ਹੁਣ ਸਥਿਤੀ ਕਾਫੀ ਮਜ਼ਬੂਤ ਹੋ ਗਈ, ਪਰ ਕੁਝ ਉਹਨਾਂ ਦੇ ਮੰਤਰੀ ਆ ਹਾਲੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਅਧਿਕਾਰ ਕੀ ਆ, ਪ੍ਰੋਟੋਕਾਲ ਕੀ ਆ। ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਆ ਉਹ ਇੱਕ ਸੰਘਰਸ਼ ਕਰਕੇ ਲੀਡਰ ਬਣਦੇ ਸੀਗੇ, ਤੇ ਆਮ ਆਦਮੀ ਪਾਰਟੀ ਜਿਹੜੇ ਬਹੁਤੇ ਮੰਤਰੀ ਆ ਜਾਂ ਐਮਐਲਏ ਆ ਉਹ ਸੰਘਰਸ਼ ਵਿੱਚੋਂ ਨਹੀਂ ਆਏ ਹੈਗੇ, ਉਹਨਾਂ ਦਾ ਜਿਹੜਾ ਪੈਰ ਥੱਲੇ ਬਟੇਰਾ ਆ ਗਿਆ। ਸੋ ਬਹੁਤ ਮੈਂ ਤੁਸੀਂ ਇਹ ਵੀ ਦੇਖਿਓ ਕਿ ਜਲੰਧਰ ਚੋਣਾਂ ਵਿੱਚ ਜਦੋਂ ਬਹੁਤ ਸਾਰੇ ਐਮਐਲਏ ਕੰਪੇਨ ਲਈ ਆਉਂਦੇ ਸੀਗੇ ਤਾਂ ਲੋਕ ਪਛਾਣਦੇ ਨਹੀਂਗੇ। ਹੁਣ ਵੀ ਤੁਸੀਂ ਦੇਖਿਓ ਕਿ ਲੋਕਾਂ ਦੇ ਮੂੰਹਾਂ ਤੇ ਅਕਾਲੀਆਂ ਤੇ ਕਾਂਗਰਸ ਜਿਹੜੇ ਐਮਐਲਏ ਜਾਂ ਮੰਤਰੀ ਉਹਨਾਂ ਦੇ ਨਾਂ ਵਧੇਰੇ ਚੜੇ ਹੋਏ ਆ ਨਿਸਬਤ ਜਿਹੜੇ ਆਮ ਆਦਮੀ ਪਾਰਟੀ ਦੇ ਆ। ਇੱਕ ਇੱਥੇ ਮੈਨੂੰ ਉਦਾਹਰਨ ਚੇਤੇ ਆਉਂਦੀ ਹੈ ਇੱਕ ਕਿ ਮੈਂ ਇੱਕ ਸੈਕਟਰੀ ਬੈਠਾ ਸੀਗਾ, ਕਿਸੇ ਕੋਈ ਸੱਜਣ ਜਿਹੜਾ ਆ ਉਹ ਸੀਐਮ ਭਗਵੰਤ ਸਿੰਘ ਮਾਨ ਨੂੰ ਮਿਲਣ ਆਇਆ, ਉਹ ਸੀਗਾ ਐਮਐਲਏ, ਆਪਾਂ ਨਾਂ ਨਹੀਂ ਲੈ ਸਕਦੇ ਇੱਥੇ। ਉਹਨੇ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਜਿਹੜਾ ਮੇਰਾ ਹਲਕੇ ਜਿਹੜਾ ਮੇਰੇ ਜ਼ਿਲ੍ਹੇ ਦਾ ਐਸਐਸਪੀ ਆ ਉਹ ਮੇਰੀ ਨਹੀਂ ਸੁਣਦਾ, ਤੇ ਉਸੇ ਹਲਕੇ ਦਾ ਤੋਂ ਜਿਹੜਾ ਐਮਐਲਏ ਸੀਗਾ ਉਹ ਮੰਤਰੀ ਬਣ ਗਿਆ ਸੀ ਇੱਕ ਹੋਰ। ਉਹਨੇ ਭਗਵੰਤ ਸਿੰਘ ਮਾਨ ਨੂੰ ਇਹ ਕਹਿ ਦਿੱਤਾ ਕਿ ਭਾਈ ਐਸਐਸਪੀ ਦਾ ਮੇਰੀ ਨਹੀਂ ਸੁਣਦਾ, ਤੇਰੀ ਕਿਆ ਸੁਣੂ। ਸੋ ਜੇ ਮੰਨ ਲਓ ਕਿ ਇੱਕ ਮੰਤਰੀ ਜਾਂ ਐਮਐਲਏ ਨੂੰ ਇਹੀ ਨਹੀਂ ਪਤਾ ਹੈਗਾ ਕਿ ਤੁਹਾਡੀ ਉਹਨੇ ਕਿੱਦਾਂ ਸੁਣਨੀ ਆ ਜਾਂ ਤੁਸੀਂ ਕਿੱਦਾਂ ਸੁਣਾਉਣੀ ਆ, ਫਿਰ ਜਿਹੜਾ ਇਹ ਆ ਇੱਕ ਸਰਕਾਰ ਦਾ ਢਿੱਲਾ ਪੱਖ ਤਾਂ ਇੱਕ ਹੈਗਾ ਹੀ ਆ। ਦੂਜਾ ਕਿ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਸੁਣਾਉਂਦਾ ਨਿੱਕੀ ਜਿਹੀ ਇਹ ਕਿ ਨਵੇਂ ਮੰਤਰੀ ਨੇ ਕਿਸੇ ਨੇ ਸਹੁੰ ਚੁੱਕੀ ਸੀਗੀ ਤੇ ਉਹ ਆਪਣੇ ਪੀਏ ਨੂੰ ਕਹਿ ਰਿਹਾ ਕਿ ਤੁਸੀਂ ਵਿਭਾਗ ਦੇ ਡਾਇਰੈਕਟਰ ਨੂੰ ਫੋਨ ਕਰੋ ਕਿ ਕਦੋਂ ਕੁ ਫ੍ਰੀ ਆ ਮੰਤਰੀ ਸਾਨੂੰ ਤੁਹਾਨੂੰ ਮਿਲਣ ਆਉਣਾ। ਮਤਲਬ ਇਹ ਕਿ ਮੰਤਰੀ ਜਿਹਨੇ ਜਿਹੜੀ ਆ ਗੁਪਤ ਰਿਪੋਰਟ ਲਿਖਣੀ ਹੁੰਦੀ ਆ ਆਈਐਸ ਅਫਸਰਾਂ ਦੀ, ਉਹ ਬੰਦਾ ਇੱਕ ਡਾਇਰੈਕਟਰ ਨੂੰ ਜਿਹੜਾ ਕਿ ਆਈਐਸ ਵੀ ਨਹੀਂ ਪੀਸੀਐਸ ਵੀ ਨਹੀਂ ਹੈਗਾ ਉਹਦੇ ਕੋਲੋਂ ਮਿਲਣ ਦਾ ਸਮਾਂ ਮੰਗ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਭਗਵੰਤ ਮਾਨ ਜਿਹੜਾ ਆ ਉਹਨਾਂ ਦੀ ਜਿਹੜੀ ਸਰਕਾਰ ਆ, ਉਹਦੇ ਜਿਹੜੇ ਮੰਤਰੀ ਆ, ਉਹਨੇ ਜਿਹੜੇ ਵਿਧਾਇਕ ਆ, ਉਹਨਾਂ ਦੀ ਜਿਹੜੀ ਪ੍ਰੋਟੋਕਾਲ ਆ, ਉਹਨਾਂ ਨੂੰ ਆਪਣੇ ਅਧਿਕਾਰ ਆ ਜਿਹੜਾ ਆ ਉਹ ਨਹੀਂ ਪਤਾ, ਉਹ ਨਹੀਂ ਕਰਨੇ ਆਉਂਦੇ। ਹੁਣ ਭਗਵੰਤ ਸਿੰਘ, ਕਿਉਂਕਿ ਮੈਂ ਗੱਲ ਇੱਕ ਹੋਰ ਕਰਨੀ ਚਾਹੁੰਦਾ ਸੀ ਇਹ ਕਿ ਭਗਵੰਤ ਸਿੰਘ ਮਾਨ 20 ਸਾਲ ਭਰ ਜਿਹੜਾ ਆ ਉਹ ਬਿਨਾਂ ਤਜਰਬੇ ਤੋਂ ਕੰਮ ਕਰਦੇ ਰਹੇ, ਚਾਹੇ ਉਹ ਐਮਪੀ ਰਹੇ ਆ, ਪਰ ਇਹ ਜੇ ਮੁੱਖ ਮੰਤਰੀ ਦੀ ਜ਼ਿੰਮੇਵਾਰੀਆਂ ਉਹ ਹੋਰ ਹੁੰਦੀਆਂ। ਹੁਣ 1 ਸਾਲ ਦਾ ਉਹਨਾਂ ਕੋਲ ਤਜਰਬਾ ਹੋ ਗਿਆ ਤੇ ਹੁਣ ਭਗਵੰਤ ਸਿੰਘ ਮਾਨ ਹੁਣ ਜਿਹੜੇ ਆਪਾਂ ਕਹਿ ਦਈਏ ਜਨਾਬ ਬਦਲੇ ਸੇ ਨਜ਼ਰ ਆਤੇ ਹੈ। ਜੀ ਤੁਸੀਂ ਜਿਵੇਂ ਕੱਲ ਵੀ ਕਿਹਾ ਸੀ ਆਸਮਾਂ ਉੱਪਰ ਜੋ ਹੈ ਨਾ ਜ਼ਮੀਨ ਨੀਚੇ ਜੀ।
ਇਸੇ ਦੇ ਨਾਲ ਹੀ ਬਲਵੈਤ ਜੀ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਭਗਵੰਤ ਮਾਨ ਜੀ ਦੇ ਜਿਹੜੇ ਇਹ ਮਿਜ਼ਾਜ ਵੱਖਰੇ ਵੱਖਰੇ ਆ, ਹੁਣ ਇਹ ਲੋਕਾਂ ਦੀ ਭਲਾਈ ਦੇ ਲਈ ਕਿੰਨਾ ਕੁ ਹੈ ਨਾ ਕਾਰਜਕਾਰੀ। ਜੀ ਇੱਕ ਮੈਂ ਆਪਾਂ ਅਕਸਰ ਗੱਲ ਕਰਦੇ ਹੁੰਦੇ, ਮੇਰੀ ਇੱਛਾ ਹੁੰਦੀ ਹੈ ਕਿ ਜਾਣ ਤੋਂ ਪਹਿਲਾਂ ਇੱਕ ਮੈਂ ਕੋਈ ਉਹੀ ਜਿਹੀ ਗੱਲ ਸੁਣਾ ਕੇ ਜਾਵਾਂ ਜਿਹੜੀ ਮਤਲਬ ਅੰਕੜੇ ਦੇ ਆਧਾਰਿਤ ਹੋਵੇ, ਜਾਂ ਇੱਕ ਵੱਖਰੀ ਗੱਲ ਹੋਵੇ ਜਿਹੜੀ ਐਕਸਕਲੂਸਿਵ ਜਿਹਦੇ ਆਮ ਲੋਕਾਂ ਦੇ ਬੁੱਲਾਂ ਤੇ ਨਾ ਹੋਵੇ। ਉਹ ਇਹ ਹੈ ਕਿ ਜਿਹੜੀ ਕੇਂਦਰ ਸਰਕਾਰ ਆ ਉਹਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਸਾਨੂੰ ਇੱਕ ਰਾਜ ਦੱਸੋ ਕਿ ਪੰਜਾਬ ਵਿੱਚ ਜਿਹੜਾ ਐਤਕੀ ਬੰਪਰ ਫਸਲ ਕਿਉਂ ਹੋਈ ਆ। ਤੁਹਾਡੇ ਧਿਆਨ ਚ ਹੋਣਾ ਕਿ ਐਤਕੀ ਬੜੇ ਸਾਰੇ ਮੀਂਹ ਪਏ ਆ, ਹਨੇਰੀਆਂ ਆਈਆਂ। ਤੁਸੀਂ ਤੇ ਮੈਂ ਕਾਫੀ ਵਾਰ ਚਰਚਾਵਾਂ ਵੀ ਕੀਤੀਆਂ ਸੀ, ਖਬਰਾਂ ਵੀ ਕੀਤੀਆਂ ਹੈਗੀ ਕਿ ਅਚਨਚੇਤ ਮੀਂਹ ਆ ਜਾਂਦਾ ਹੈ, ਸਰਕਾਰ ਫਸਲਾਂ ਉਹ ਖਰਾਬ ਹੋ ਜਾਂਦੀ ਹੈ। ਜੀ ਕੀ ਭਗਵੰਤ ਸਿੰਘ ਮਾਨ ਨੇ ਗਿਰਦਾਵਰੀ ਕਰਾਈ ਕਈ ਵਾਰੀ ਕਿ ਲੋਕਾਂ ਨੂੰ ਮੁਆਵਜ਼ਾ ਦੇਣਾ। ਵੈਸੇ ਆਪਾਂ ਇਹ ਕਹਿੰਦੇ ਕਿ ਸਭ ਤੋਂ ਵੱਧ ਜਿਹੜਾ ਫਾਜ਼ਿਲਕਾ ਆ ਨਾ ਜੀ, ਉੱਥੇ ਨੁਕਸਾਨ ਹੋਇਆ, ਇਹ ਤਾਂ ਗੱਲ ਮੰਨਣੀ ਪਊਗੀ। ਉੱਥੇ ਭਗਵੰਤ ਸਿੰਘ ਮਾਨ ਜਾ ਕੇ ਵੀ ਆਏ ਸੀਗੇ, ਪਰ ਦੇਖੋ ਬਾਵਜੂਦ ਇਹਦੇ ਕੁਦਰਤ ਦੇ ਰੰਗ ਆ ਕਿ ਐਤਕੀ ਫਸਲ ਜਿਹੜੀ ਆ ਉਹਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ। ਵਾਹ ਜੀ ਵਾਹ। ਕੇਂਦਰ ਸਰਕਾਰ ਨੇ ਪੁੱਛਿਆ ਕਿ ਸਾਨੂੰ ਤੁਸੀਂ, ਪੰਜਾਬ ਸਰਕਾਰ ਨੇ ਚਿੱਠੀ ਪਾਈ ਸੀ ਇੱਕ ਕਿ ਐਤਕੀ ਫਸਲ ਜਿਹੜੀ ਆ ਉਹਦਾ ਝਾੜ ਘੱਟ ਨਿਕਲਣਾ, ਸਾਨੂੰ ਮੁਆਵਜ਼ਾ ਦਿਓ। ਪਰ ਹੁਣ ਜੋ ਮੰਡੀਆਂ ਵਿੱਚ ਮਾਲ ਆਇਆ ਉਹ ਜਿਹੜਾ ਆਸ ਨੂੰ ਕਿਤੇ ਵਧਿਆ, ਜਿਹੜੀ ਹੁਣ ਤੱਕ, ਕਿਉਂਕਿ ਮੰਡੀਆਂ ਜਿਹੜੀਆਂ ਨੇ ਜੋ 1 ਅਪ੍ਰੈਲ ਨੂੰ ਖੁੱਲ ਜਾਂਦੀਆਂ ਆਮ ਕਰਕੇ, ਤੇ ਵੈਸੇ ਉਹ ਚਾਹੇ ਉਹ ਖੁੱਲੀਆਂ ਤਾਂ 1 ਅਪ੍ਰੈਲ ਤੋਂ 31 ਅਪ੍ਰੈਲ ਤੱਕ ਹੀ ਜ਼ੋਰ ਹੁੰਦਾ, 30 ਅਪ੍ਰੈਲ ਤੱਕ, ਪਰ ਜੋ ਟਾਵਾਂ ਦਾਣਾ ਉਹ ਫਿਰ ਮਈ 'ਚ ਵੀ ਆਉਂਦਾ ਰਹਿੰਦਾ। ਸੋ ਹੁਣ ਤੱਕ ਜਿਹੜਾ ਆ 125 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਉਹ ਮੰਡੀਆਂ 'ਚ ਆਈ ਆ। ਤੇ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਪਿਛਲੇ ਸਾਲ ਸਿਰਫ ਜਿਹੜੀ ਉਹ 96 ਲੱਖ ਮੀਟਰ ਟਨ ਆਈ ਸੀਗੀ। ਇਸ ਵਾਰੀ ਜਿਹੜਾ ਝਾੜ ਆ ਉਹ 1 ਏਕੜ ਵਿੱਚੋਂ 19 ਕੁਆਂਟਲ ਦੇ ਕਰੀਬ ਨਿਕਲਿਆ। ਸੋ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਭਾਈ ਸਾਨੂੰ ਰਾਜ ਤਾਂ ਦੱਸ ਦਿਓ ਜਿਹਦੇ ਕਰਕੇ ਥੋੜਾ ਝਾੜ ਜਿਹੜਾ ਆ ਉਹ ਇੰਨਾ ਵੱਧ ਨਿਕਲਿਆ। ਪਰ ਮੈਨੂੰ ਲੱਗਦਾ ਕੇਂਦਰ ਸਰਕਾਰ ਭੁੱਲ ਗਈ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਪੂਰੇ ਦੇਸ਼ ਦਾ ਢਿੱਡ ਭਰਦਾ, ਤੇ ਪੰਜਾਬ ਦਾ ਕਿਸਾਨ ਜਿਹੜਾ ਆ ਉਹ ਸਿਰ ਤੇ ਬੰਨ ਕੇ ਮਾਰ ਕੇ ਜਿਹੜਾ ਉਹ ਹੁੰਦਾ ਇੱਕ ਝੁੰਮ ਜਿਹਾ, ਉਹ ਜੇਠ ਹਾੜ ਦੀਆਂ ਜਿਹੜੀਆਂ ਧੁੱਪਾਂ ਆ ਉਹ 'ਚ ਵੀ ਕੰਮ ਕਰਦਾ, ਤੇ ਬਰਸਾਤਾਂ ਨੂੰ ਜਿਹੜੀਆਂ ਸੱਪਾਂ ਦੀਆਂ ਸਿਰੀਆਂ ਆ ਉਹ ਵੀ ਮਿਹਨਤ। ਸੋ ਇਸ ਕਰਕੇ ਜਿਹੜਾ ਪੰਜਾਬ ਦਾ ਕਿਸਾਨ ਆ ਉਹਦੀ ਮਿਹਨਤ ਜਿਹੜੀ ਆ ਇਹ ਰੰਗ ਲਿਆਈ ਆ। ਪਰ ਜਿਹੜੀ ਮੈਂ ਅੰਦਰਲੀ ਕੁੰਡੀ ਖੋਲਦਾ ਉਹ ਇਹ ਆ ਕਿ ਭਾਰਤ ਸਰਕਾਰ ਅੰਦਰੋਂ ਇਹ ਜਾਣਨਾ ਚਾਹੁੰਦੀ ਆ ਕਿ ਕੀ ਪੰਜਾਬ ਕੋਲੇ ਇੰਨਾ ਕੁ ਜਿਹੜਾ ਮਾਲ ਆ, ਜਿਹੜਾ ਅਨਾਜ ਆ, ਜਿਣਸ ਆ ਗਈ ਕਿ ਉਹ ਦਰਾਮਦ ਖੋਲ ਦੇਣ। ਕਿਉਂਕਿ ਕੇਂਦਰ ਸਰਕਾਰ ਨੇ ਦਰਾਮਦ ਬੰਦ ਕੀਤੀ ਹੋਈ ਆ। ਦਰਾਮਦ ਮੀਨਜ਼ ਜਿਹੜੀ ਬਰਾਮਦ ਮੀਨਜ਼, ਦਰਾਮਦ ਮੀਨਜ਼ ਦੋ ਵੱਖਰੇ ਸ਼ਬਦ ਨੇ। ਇੱਕ ਤਾਂ ਇੰਪੋਰਟ, ਇੱਕ ਐਕਸਪੋਰਟ। ਦਰਾਮਦ ਉਹ ਜੋ ਸਾਡੀ ਚੀਜ਼ ਦਰ ਤੇ ਆਉਂਦੀ ਆ, ਬਰਾਮਦ ਉਹ ਜੋ ਅਸੀਂ ਭੇਜਦੇ ਆ। ਸੋ ਇਹਦਾ ਮਤਲਬ ਇਹ ਆ ਕਿ ਕੇਂਦਰ ਸਰਕਾਰ ਇਹ ਚਾਹੁੰਦੀ ਆ ਕਿ ਅਸੀਂ ਜਿਹੜੀ ਕਣਕ ਆ ਉਹਦੀ ਬਰਾਮਦ, ਉਹਦੀ ਐਕਸਪੋਰਟ ਹੈ ਜਿਹੜੀ ਆ ਉਹ ਖੋਲ ਦਈਏ। ਅਸਲ ਵਿੱਚ ਜਿਹੜਾ ਅੰਦਰਲੀ ਗੱਲ ਆ ਉਹ ਇਹ ਜਾਣਨਾ ਚਾਹੁੰਦੇ ਆ। ਸੋ ਮੈਨੂੰ ਤਾਂ ਲੱਗਦਾ ਕਿ ਕਈ ਵਾਰੀ ਐਂ ਤਾਂ ਹੁੰਦਾ ਕਿ ਜਦੋਂ ਤੁਹਾਡੀ ਫਸਲ ਝਾੜ ਘੱਟ ਨਿਕਲੇ, ਵਿਦਿਆਰਥੀ ਨਲਾਇਕ ਹੋਵੇ ਤਾਂ ਟੀਚਰ ਪੁੱਛੇ ਕਰਦਾ, ਪਰ ਜੇ ਟੀਚਰ ਜਿਹੜਾ ਆ ਉਹ ਹੁਸ਼ਿਆਰ ਟੌਪ ਰਹੇ ਵਿਦਿਆਰਥੀ ਕੋਲੋਂ ਪੁੱਛਣ ਲੱਗ ਜਾਏ ਤਾਂ ਉਹਨੂੰ ਕਈ ਵਾਰ ਦੇਖ ਕੇ ਹੈਰਾਨੀ ਹੁੰਦੀ ਹੈ। ਸੋ ਜਦੋਂ ਮੈਂ ਪਹਿਲਾਂ ਮੈਨੂੰ ਖਬਰ ਮਿਲੀ ਕਿ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ, ਮੈਂ ਹੈਰਾਨ ਹੋਇਆ ਕਿ ਜਿਹੜਾ ਪੰਜਾਬ ਆ ਜਿਹੜਾ ਮਤਲਬ ਟੌਪ ਤੇ ਰਿਹਾ ਉਹਦੇ ਕੋਲੋਂ ਪੁੱਛਣ ਦੀ ਲੋੜ ਕਿਆ ਸੀਗੀ। ਫਿਰ ਅੰਦਰਲੀ ਗੱਲ ਜਿਹੜੀ ਆ ਪਤਾ ਇਹ ਲੱਗੀ ਆ ਕਿ ਕਿਉਂਕਿ ਕੇਂਦਰ ਸਰਕਾਰ ਬਰਾਮਦ ਖੋਲ੍ਹਣੀ ਚਾਹੁੰਦੀ ਆ, ਐਕਸਪੋਰਟ ਖੋਲ੍ਹਣੀ ਚਾਹੁੰਦੀ ਆ, ਇਸ ਲਈ ਪੁੱਛਿਆ ਕਿ ਭਾਈ ਦੱਸੋ ਤੁਹਾਡੇ ਬੁੱਝ 'ਚ ਕਿੰਨੇ ਕੁ ਦਾਣੇ ਆ। ਜੀ ਧੰਨਵਾਦ ਬਲਵੈਤ ਜੀ, ਸਾਡੇ ਦਰਸ਼ਕਾਂ ਨੂੰ ਇੰਨਾ ਸਟੀਕ ਤੁਸੀਂ ਵੇਰਵਾ ਦਿੱਤਾ ਹੈ, ਤੇ ਤੁਸੀਂ ਇੱਕ ਤੁਹਾਡਾ ਹਮੇਸ਼ਾ ਹੀ ਹੁੰਦਾ ਹੈਗਾ ਕਿ ਦਰਸ਼ਕਾਂ ਨੂੰ ਇੱਕ ਅਜਿਹੀ ਖਬਰ ਦੇਣੀ ਹੈਗੀ ਕਿ ਸ਼ਾਇਦ ਜੋ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੇ ਬੁੱਲਾਂ ਤੇ ਨਾ ਹੋਵੇ। ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਸ ਦੇ ਨਾਲ ਹੀ ਪਿਆਰੇ ਦਰਸ਼ਕੋ ਤੁਹਾਡਾ ਵੀ ਬੇਹੱਦ ਧੰਨਵਾਦ, ਤੁਸੀਂ ਸਾਡਾ ਸ਼ੋਅ ਦੇਖਦੇ ਹੋ। ਇਸੇ ਤਰ੍ਹਾਂ ਦੀਆਂ ਹੋਰ ਤਾਜ਼ੀਆਂ ਤੇ ਬਲਵੈਤ ਜੀ ਦਾ ਸਟੀਕ ਜੋ ਸ਼ੋਅ ਹੁੰਦਾ ਉਹ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।